ਮੇਰੀ ਜਠਾਣੀ ਦੀ ਕੋਈ ਔਲਾਦ ਨਹੀਂ ਸੀ। ਉਸਦਾ ਪਤੀ ਵੀ ਦੁਨੀਆ ਤੋਂ ਜਾ ਚੁੱਕਾ ਸੀ। ਉਸਨੂੰ ਇੰਨਾ ਸਦਮਾ ਪਹੁੰਚਿਆ ਕਿ ਉਹ ਬੈਠੇ-ਬੈਠੇ ਬੇਹੋਸ਼ ਹੋ ਜਾਂਦੀ। ਪਰ ਮੇਰਾ ਪਤੀ ਉਸਨੂੰ ਡਾਕਟਰ ਕੋਲ ਲੈ ਜਾਂਦਾ ਤਾਂ ਵਾਪਸੀ 'ਤੇ ਉਹ ਬਹੁਤ ਖੁਸ਼ ਹੁੰਦੀ। ਇੱਕ ਦਿਨ ਜਠਾਣੀ ਬੇਹੋਸ਼ ਹੋਈ ਤਾਂ ਮੈਂ ਕਿਹਾ ਕਿ ਮੈਂ ਵੀ ਨਾਲ ਚੱਲਦੀ ਹਾਂ। ਇਹ ਸੁਣ ਕੇ ਜਠਾਣੀ ਨੂੰ ਹੋਸ਼ ਆ ਗਿਆ। ਫਿਰ ਇੱਕ ਦਿਨ ਉਹਨਾਂ ਦਾ ਪਿੱਛਾ ਕੀਤਾ ਤਾਂ ਉਹ ਦੋਨੋਂ ਡਾਕਟਰ ਕੋਲ ਜਾਣ ਦੀ ਬਜਾਏ ਇੱਕ ਘਰ ਵਿੱਚ ਗਏ। ਮੈਂ ਦੇਖਿਆ ਤਾਂ ਉਹ ਦੋਨੋਂ ਅੱਜ ਫਿਰ ਮੇਰੀ ਜਠਾਣੀ ਬੇਹੋਸ਼ ਹੋ ਗਈ। ਮੇਰੇ ਪਤੀ ਨੇ ਉਸਨੂੰ ਗੋਦ ਵਿੱਚ ਉਠਾ ਕੇ ਗੱਡੀ ਵਿੱਚ ਬਿਠਾਇਆ। ਸਦਮਾ ਹੀ ਕੁਝ ਅਜਿਹਾ ਸੀ, ਮੇਰੇ ਜੇਠ ਦੀ ਕੁਝ ਦਿਨ ਪਹਿਲਾਂ ਹੀ ਮੌਤ ਹੋਈ ਸੀ। ਮੇਰੇ ਜਠਾਣੀ ਨੂੰ ਵਾਰ-ਵਾਰ ਦੌਰੇ ਪੈਣ ਲੱਗੇ। ਮੇਰੇ ਜੇਠ ਜਠਾਣੀ ਵਿੱਚ ਬਹੁਤ ਪਿਆਰ ਸੀ। ਮੈਂ ਉਹਨਾਂ ਨੂੰ ਕਦੇ ਲੜਦੇ ਝਗੜਦੇ ਨਹੀਂ ਦੇਖਿਆ ਸੀ। ਜੇਠ ਦੀ ਹਾਰਟ ਅਟੈਕ ਨਾਲ ਅਚਾਨਕ ਮੌਤ ਹੋਈ ਸੀ। 4 ਦਿਨਾਂ ਤੋਂ ਮੇਰੀ ਜਠਾਣੀ ਕੁਝ ਵੀ ਨਹੀਂ ਖਾ ਰਹੀ ਸੀ। ਮੈਂ ਉਸਨੂੰ ਕੁਝ ਖਵਾਉਣ ਦੀ ਕੋਸ਼ਿਸ਼ ਕਰਦੀ ਤਾਂ ਉਹ ਸਾਫ਼ ਮਨਾ ਕਰ ਦਿੰਦੀ। ਪਰ ਅਜੀਬ ਗੱਲ ਸੀ, ਜਦੋਂ ਮੇਰੇ ਪਤੀ ਨੇ ਉਸਨੂੰ ਖਾਣਾ ਖਵਾਇਆ ਤਾਂ ਉਹ ਖਾਣ ਲੱਗੀ। ਅਸੀਂ ਦੋਨੋਂ ਜਠਾਣੀ ਦਾ ਬਹੁਤ ਖਿਆਲ ਰੱਖਦੇ। ਮੈਨੂੰ ਉਸਦੀ ਹਾਲਤ ਦੇਖ ਕੇ ਬਹੁਤ ਦੁੱਖ ਹੁੰਦਾ, ਪਰ ਉਸਦਾ ਹਰ ਰੋਜ਼ ਬੇਹੋਸ਼ ਹੋਣਾ ਤੇ ਮੇਰੇ ਪਤੀ ਦਾ ਉਸਨੂੰ ਡਾਕਟਰ ਕੋਲ ਲੈ ਕੇ ਜਾਣਾ ਮੈਨੂੰ ਪਰੇਸ਼ਾਨ ਕਰਨ ਲੱਗਿਆ ਸੀ। ਇੱਕ ਤਾਂ ਮੇਰੀ ਜਠਾਣੀ ਕਿਸੇ ਕੰਮ ਨੂੰ ਹੱਥ ਨਾ ਲਾਉਂਦੀ। ਸਾਰਾ ਦਿਨ ਮੈਂ ਹੀ ਕੰਮ ਕਰਦੀ ਸੀ। ਮੇਰੇ 2 ਬੱਚੇ ਸਨ, ਉਹਨਾਂ ਤੋਂ ਹੀ ਮੈਨੂੰ ਫੁਰਸਤ ਨਾ ਮਿਲਦੀ ਤੇ ਉੱਪਰੋਂ ਘਰ ਦਾ ਸਾਰਾ ਕੰਮ। ਜਠਾਣੀ ਆਪਣੇ ਪੇਕੇ ਵੀ ਨਹੀਂ ਗਈ। ਉਸਦੇ ਪੇਕਿਆਂ ਦਾ ਘਰ ਵੀ ਚੰਗਾ ਸਰਦਾ ਘਰ ਸੀ, ਪਰ ਉਹ ਕਹਿਣ ਲੱਗੀ, ਹੁਣ ਮੈਂ ਹਮੇਸ਼ਾ ਇਸੇ ਘਰ ਵਿੱਚ ਰਹਾਂਗੀ। ਉਹ ਅਜੇ ਜਵਾਨ ਸੀ, ਚਾਹੁੰਦੀ ਤਾਂ ਦੂਜਾ ਵਿਆਹ ਵੀ ਕਰਵਾ ਸਕਦੀ ਸੀ। ਪਹਿਲਾਂ ਤਾਂ ਮੈਨੂੰ ਲੱਗਿਆ ਕਿ ਉਹ ਸਦਮੇ ਵਿੱਚ ਹੈ, ਹੌਲੀ-ਹੌਲੀ ਠੀਕ ਹੋ ਜਾਵੇਗੀ, ਪਰ ਹੁਣ ਤਾਂ ਮਹੀਨਾ ਗੁਜ਼ਰ ਗਿਆ ਸੀ। ਉਸਦੀਆਂ ਹਰਕਤਾਂ ਮੈਨੂੰ ਕੁਝ ਅਜੀਬ ਲੱਗਣ ਲੱਗੀਆਂ ਸਨ। ਉਹ ਪੂਰਾ ਦਿਨ ਕਮਰੇ ਵਿੱਚ ਬੰਦ ਰਹਿੰਦੀ, ਖਾਣਾ ਵੀ ਕਮਰੇ ਵਿੱਚ ਹੀ ਦੇ ਕੇ ਆਉਂਦੀ, ਕਿਸੇ ਨੂੰ ਵੀ ਨਾ ਮਿਲਦੀ। ਇਹ ਵੀ ਨਹੀਂ ਸੀ ਕਿ ਉਹ ਸਾਰਾ ਦਿਨ ਰੋਂਦੀ ਰਹਿੰਦੀ, ਨੋਰਮਲ ਹੀ ਰਹਿੰਦੀ ਸੀ। ਪਰ ਜਿਵੇਂ ਹੀ ਮੇਰਾ ਪਤੀ ਘਰ ਆਉਂਦਾ, ਉਹ ਕਮਰੇ ਵਿੱਚੋਂ ਬਾਹਰ ਆ ਜਾਂਦੀ। ਉਸਨੂੰ ਦੇਖ ਕੇ ਜੇਠ ਦਾ ਨਾਮ ਲੈ ਕੇ ਰੋਣ ਲੱਗ ਜਾਂਦੀ। ਉਹ ਮੇਰੇ ਪਤੀ ਦੇ ਮੋਢੇ 'ਤੇ ਸਿਰ ਰੱਖ ਲੈਂਦੀ। ਪਰ ਮੈਨੂੰ ਜਠਾਣੀ ਦੀ ਹਰਕਤ ਬੁਰੀ ਲੱਗਣ ਲੱਗੀ ਸੀ। ਉਸਨੂੰ ਇੰਨਾ ਦੁੱਖ ਸੀ ਤਾਂ ਮੇਰੇ ਮੋਢੇ 'ਤੇ ਸਿਰ ਰੱਖ ਕੇ ਰੋ ਲੈਂਦੀ। ਅਜਿਹਾ ਕਿਸ ਤਰ੍ਹਾਂ ਦਾ ਦੁੱਖ ਸੀ ਜੋ ਮੇਰੇ ਪਤੀ ਦੇ ਮੋਢੇ 'ਤੇ ਸਿਰ ਰੱਖ ਕੇ ਘੱਟ ਹੁੰਦਾ ਸੀ। ਉਹ ਰੋਂਦੀ-ਰੋਂਦੀ ਬੇਹੋਸ਼ ਹੋ ਜਾਂਦੀ ਤੇ ਫਿਰ ਮੇਰਾ ਪਤੀ ਉਸਨੂੰ ਡਾਕਟਰ 'ਤੇ ਲੈ ਜਾਂਦਾ। ਜਦੋਂ ਵਾਪਸ ਆਉਂਦੀ ਤਾਂ ਪੂਰੀ ਖੁਸ਼ ਹੁੰਦੀ, ਖੁਸ਼ੀ-ਖੁਸ਼ੀ ਆਪਣੇ ਕਮਰੇ ਵਿੱਚ ਚਲੀ ਜਾਂਦੀ। ਮੇਰਾ ਪਤੀ ਵੀ ਖੁਸ਼ੀ ਨਾਲ ਆਪਣੀ ਭਾਬੀ ਦੇ ਸਾਰੇ ਕੰਮ ਕਰਦਾ। ਜਦੋਂ ਕੋਈ ਕੰਮ ਮੈਂ ਕਹਿੰਦੀ ਤਾਂ ਕਹਿ ਦਿੰਦੇ, ਮੈਂ ਥੱਕਿਆ ਹੋਇਆ ਹਾਂ। ਹੁਣ ਸਾਰੀ ਜ਼ਿੰਮੇਵਾਰੀ ਮੇਰੇ 'ਤੇ ਆ ਗਈ ਸੀ। ਮੇਰੇ ਪਤੀ ਆਪਣੇ ਭਰਾ ਤੋਂ 6 ਸਾਲ ਛੋਟੇ ਸਨ। ਜੇਠ ਜਠਾਣੀ ਦੇ ਵਿਆਹ ਤੋਂ ਥੋੜ੍ਹੇ ਸਮੇਂ ਬਾਅਦ ਮੇਰੀ ਸੱਸ ਦੀ ਮੌਤ ਹੋ ਗਈ ਸੀ। ਸਹੁਰੇ ਦੀ ਮੌਤ ਤਾਂ ਪਹਿਲਾਂ ਹੀ ਹੋ ਚੁੱਕੀ ਸੀ। ਘਰ ਵਿੱਚ ਜਠਾਣੀ ਤੇ ਦੋਨੋਂ ਭਰਾ ਹੀ ਸਨ। ਮੈਨੂੰ ਵੀ ਮੇਰੀ ਜਠਾਣੀ ਨੇ ਹੀ ਪਸੰਦ ਕੀਤਾ ਸੀ। ਮੇਰੀ ਜਠਾਣੀ ਦੇਖਣ ਵਿੱਚ ਬਹੁਤ ਸੋਹਣੀ ਸੀ। ਮੈਂ ਸਧਾਰਨ ਸ਼ਕਲ ਸੂਰਤ ਦੀ ਮਾਲਕ ਸੀ। ਮੇਰੇ ਪਤੀ ਵੀ ਬਹੁਤ ਹੈਂਡਸਮ ਸਨ, ਜਦੋਂ ਕਿ ਮੇਰੇ ਜੇਠ ਦੇਖਣ ਵਿੱਚ ਸਧਾਰਨ ਸਨ, ਪਰ ਉਹਨਾਂ ਦਾ ਵਿਵਹਾਰ ਬਹੁਤ ਚੰਗਾ ਸੀ। ਮੇਰੇ 4 ਸਾਲ ਸਸੁਰਾਲ ਵਿੱਚ ਵਧੀਆ ਲੰਘੇ। ਮੇਰੇ ਜੇਠ ਮੈਨੂੰ ਆਪਣੀ ਛੋਟੀ ਭੈਣ ਵਾਂਗ ਸਮਝਦੇ ਸਨ। ਉਹ ਜਠਾਣੀ ਦੀ ਹਰ ਇੱਛਾ ਪੂਰੀ ਕਰਦੇ। ਮੇਰੀ ਜਠਾਣੀ ਦੇ ਕੋਈ ਔਲਾਦ ਨਹੀਂ ਸੀ। ਮੇਰੇ 2 ਬੱਚੇ ਸਨ, ਪਰ ਅਜੀਬ ਗੱਲ ਸੀ, ਉਸਨੇ ਕਦੀ ਮੇਰੇ ਬੱਚਿਆਂ ਨੂੰ ਚੁੱਕ ਕੇ ਪਿਆਰ ਨਹੀਂ ਕੀਤਾ ਸੀ। ਨਹੀਂ ਤਾਂ ਜਿਵੇਂ ਉਸਦੀ ਆਪਣੀ ਔਲਾਦ ਨਹੀਂ ਸੀ, ਉਹ ਮੇਰੇ ਬੱਚਿਆਂ ਨੂੰ ਪਿਆਰ ਕਰ ਸਕਦੀ ਸੀ। ਉਹ ਹਮੇਸ਼ਾ ਆਪਣੇ ਆਪ ਦਾ ਧਿਆਨ ਰੱਖਦੀ। ਘਰ ਦੇ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਮੇਰੇ 'ਤੇ ਸੀ। ਜਠਾਣੀ ਦਾ ਹਮੇਸ਼ਾ ਆਪਣੇ ਹੁਸਨ ਨੂੰ ਚਮਕਾਉਣ ਵਿੱਚ ਲੱਗੀ ਰਹਿੰਦੀ। ਮੇਰੇ ਪਤੀ ਮੇਰੇ ਤੋਂ ਹਮੇਸ਼ਾ ਉਖੜੇ-ਉਖੜੇ ਰਹਿੰਦੇ। ਮੈਨੂੰ ਤਾਂ ਘਰ ਦੇ ਕੰਮਾਂ ਤੋਂ ਹੀ ਫੁਰਸਤ ਨਹੀਂ ਮਿਲਦੀ, ਸਜਣ ਸਵਰਨ ਦਾ ਸਮਾਂ ਹੀ ਨਹੀਂ ਮਿਲਦਾ ਸੀ। ਮੇਰੇ ਪਤੀ ਹਮੇਸ਼ਾ ਕਹਿੰਦੇ ਕਿ ਭਾਬੀ ਨੂੰ ਦੇਖਿਆ ਕਰ, ਕਿਵੇਂ ਭਰਾ ਦੇ ਆਉਣ ਤੋਂ ਪਹਿਲਾਂ ਸਜੀ ਧਜੀ ਰਹਿੰਦੀ ਹੈ। ਉਹਨਾਂ ਨੂੰ ਦੇਖ ਕੇ ਦਿਲ ਖੁਸ਼ ਹੋ ਜਾਂਦਾ ਹੈ। ਤੂੰ ਵੀ ਕਦੇ ਤਿਆਰ ਹੋ ਜਾਇਆ ਕਰ। ਮੈਨੂੰ ਆਪਣੇ ਪਤੀ ਦੀਆਂ ਗੱਲਾਂ ਸੁਣ ਕੇ ਤਕਲੀਫ ਤਾਂ ਹੁੰਦੀ। ਮੇਰਾ ਮਸਲਾ ਇਹ ਸੀ ਕਿ ਮੈਂ ਬਹੁਤ ਸਧਾਰਨ ਸੀ, ਮੈਨੂੰ ਜ਼ਿਆਦਾ ਚਲਾਕੀਆਂ ਨਹੀਂ ਆਉਂਦੀਆਂ ਸਨ। ਮੇਰੇ ਪਤੀ ਨੇ ਮੈਨੂੰ ਵਿਆਹ ਦੇ ਪਹਿਲੇ ਦਿਨ ਹੀ ਕਹਿ ਦਿੱਤਾ ਸੀ ਕਿ ਤੂੰ ਭਾਬੀ ਦੀ ਹਰ ਗੱਲ ਮੰਨਣੀ ਹੈ, ਉਹਨਾਂ ਨਾਲ ਕਦੇ ਬਹਿਸ ਨਹੀਂ ਕਰਨੀ। ਮੈਂ ਹਮੇਸ਼ਾ ਉਹਨਾਂ ਦੀ ਗੱਲ ਮੰਨੀ। ਜੇ ਮੈਂ ਆਪਣੇ ਪਤੀ ਦੇ ਆਉਣ ਤੋਂ ਪਹਿਲਾਂ ਕਦੇ ਤਿਆਰ ਹੋਣ ਦੀ ਕੋਸ਼ਿਸ਼ ਵੀ ਕਰਦੀ ਤਾਂ ਮੇਰੀ ਜਠਾਣੀ ਮੈਨੂੰ ਕਿਸੇ ਨਾ ਕਿਸੇ ਕੰਮ ਵਿੱਚ ਉਲਝਾ ਦਿੰਦੀ। ਮੇਰੇ ਪਤੀ ਵੀ ਹਮੇਸ਼ਾ ਆਪਣੀ ਭਾਬੀ ਦੀ ਤਾਰੀਫ ਕਰਦੇ ਤੇ ਕਹਿੰਦੇ ਕਿ ਥੋੜ੍ਹਾ ਬਹੁਤ ਇਸ ਨੂੰ ਵੀ ਸਿਖਾ ਦਿਓ। ਮੇਰੇ ਪਤੀ ਦੀਆਂ ਗੱਲਾਂ ਸੁਣ ਕੇ ਮੇਰੀ ਜਠਾਣੀ ਹੱਸਣ ਲੱਗਦੀ। ਉਹ ਮੇਰੇ ਪਤੀ ਨਾਲ ਗੱਲਾਂ ਕਰਨ ਵਿੱਚ ਵਿਅਸਤ ਰਹਿੰਦੀ। ਸਗੋਂ ਮੇਰੀ ਤਾਂ ਜੇਠ ਦੇ ਆਉਣ ਤੋਂ ਪਹਿਲਾਂ ਹੀ ਮੇਰੇ ਪਤੀ ਨਾਲ ਹੀ ਖਾਣਾ ਖਾ ਲੈਂਦੀ। ਮੇਰੇ ਜੇਠ ਕੰਮ ਤੋਂ ਆ ਕੇ ਚੁੱਪਚਾਪ ਖਾਣਾ ਖਾ ਲੈਂਦੇ। ਵਿਆਹ ਦੇ ਕੁਝ ਸਮੇਂ ਬਾਅਦ ਹੀ ਮੈਂ ਪ੍ਰੈਗਨੈਂਟ ਹੋ ਗਈ ਸੀ। ਮੇਰੇ ਪਤੀ ਦਾ ਰਵੱਈਆ ਵੀ ਮੇਰੇ ਲਈ ਚੰਗਾ ਹੋ ਗਿਆ ਸੀ। ਜਦੋਂ ਮੇਰਾ ਪਹਿਲਾ ਬੇਟਾ ਹੋਇਆ ਤਾਂ ਸਾਡੇ ਨਾਲ ਮੇਰਾ ਜੇਠ ਵੀ ਬਹੁਤ ਖੁਸ਼ ਹੋਇਆ। ਉਹ ਕੰਮ ਤੋਂ ਆ ਕੇ ਉਸ ਨਾਲ ਬਹੁਤ ਖੇਡਦਾ, ਪਰ ਮੇਰੀ ਜਠਾਣੀ ਕਦੇ ਵੀ ਮੇਰੇ ਬੱਚੇ ਨੂੰ ਨਾ ਚੁੱਕਦੀ। ਮੈਂ ਜਦੋਂ ਦੂਜੀ ਵਾਰ ਪ੍ਰੈਗਨੈਂਟ ਹੋਈ ਤਾਂ ਮੇਰਾ ਪਹਿਲਾ ਬੇਟਾ ਵੀ ਬਹੁਤ ਛੋਟਾ ਸੀ, ਪਰ ਫਿਰ ਵੀ ਘਰ ਦੇ ਸਾਰੇ ਕੰਮ ਮੈਂ ਹੀ ਕਰਦੀ। ਮੇਰੀ ਜਠਾਣੀ ਕੋਈ ਮੇਰੀ ਮਦਦ ਨਾ ਕਰਦੀ। ਮੈਂ ਆਪਣੇ ਪਤੀ ਨੂੰ ਇਸ ਬਾਰੇ ਕਿਹਾ ਵੀ, ਪਰ ਉਹ ਤਾਂ ਆਪਣੀ ਭਾਬੀ ਖਿਲਾਫ ਕੁਝ ਸੁਣਨ ਨੂੰ ਤਿਆਰ ਹੀ ਨਹੀਂ ਸਨ।
2 ਬੱਚੇ ਤੇ ਘਰ ਦੇ ਕੰਮਾਂ ਕਰਕੇ ਮੈਂ ਆਪਣੇ ਪਤੀ ਨੂੰ ਸਮਾਂ ਹੀ ਨਾ ਦੇ ਪਾਉਂਦੀ। ਮੇਰੇ ਪਤੀ ਨੇ ਵੀ ਮੈਨੂੰ ਸ਼ਿਕਾਇਤ ਕਰਨੀ ਛੱਡ ਦਿੱਤੀ। ਮੈਨੂੰ ਲੱਗਿਆ ਕਿ ਉਹਨਾਂ ਨੂੰ ਮੇਰੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਹੈ, ਪਰ ਹਕੀਕਤ ਤਾਂ ਕੁਝ ਹੋਰ ਹੀ ਸੀ। ਕੁਝ ਮਹੀਨੇ ਪਹਿਲਾਂ ਦੀ ਗੱਲ ਹੈ। ਮੇਰਾ ਜੇਠ ਚੁੱਪਚਾਪ ਰਹਿਣ ਲੱਗਿਆ ਸੀ, ਹਮੇਸ਼ਾ ਕਿਸੇ ਗਹਿਰੀ ਸੋਚ ਵਿੱਚ ਡੁੱਬੇ ਰਹਿੰਦੇ। ਮੇਰੀ ਜੇਠਾਣੀ ਤਾਂ ਆਪਣੇ ਵਿੱਚ ਹੀ ਮਸਤ ਰਹਿੰਦੀ, ਉਸਨੂੰ ਆਪਣੇ ਪਤੀ ਦੀ ਕੋਈ ਪਰਵਾਹ ਨਹੀਂ ਸੀ। ਮੈਂ ਜੇਠ ਬਾਰੇ ਆਪਣੇ ਪਤੀ ਨਾਲ ਵੀ ਗੱਲ ਕੀਤੀ, ਪਰ ਉਹ ਕਹਿਣ ਲੱਗੇ ਕੰਮ ਦੀ ਟੈਨਸ਼ਨ ਹੋਵੇਗੀ, ਆਪੇ ਠੀਕ ਹੋ ਜਾਣਗੇ। ਪਰ ਉਹ ਠੀਕ ਹੋਣ ਦੀ ਬਜਾਏ ਆਪਣੇ ਗਮ ਦਿਲ ਵਿੱਚ ਛੁਪਾਏ ਦੁਨੀਆ ਤੋਂ ਚੱਲ ਵਸੇ। ਹੁਣ ਮੇਰੀ ਜੇਠਾਣੀ ਨੇ ਨਵਾਂ ਤਮਾਸ਼ਾ ਸ਼ੁਰੂ ਕੀਤਾ ਹੋਇਆ ਸੀ। ਜਦੋਂ ਹੀ ਮੇਰੇ ਪਤੀ ਕੰਮ ਤੋਂ ਆਉਂਦੇ, ਉਹ ਕਮਰੇ ਵਿੱਚੋਂ ਨਿਕਲ ਕੇ ਰੋਣ ਲੱਗਦੀ। ਉਸ ਦਿਨ ਤਾਂ ਮੈਂ ਹੈਰਾਨ ਹੋ ਗਈ ਜਦੋਂ ਮੇਰੀ ਜੇਠਾਣੀ ਪੂਰੀ ਤਰ੍ਹਾਂ ਸੱਜ ਸੰਵਰ ਕੇ ਕਮਰੇ ਵਿੱਚੋਂ ਬਾਹਰ ਆਈ ਤੇ ਫਿਰ ਰੋਣ ਲੱਗੀ। ਕਹਿਣ ਲੱਗੀ, ਮੈਂ ਮੇਰੇ ਪਤੀ ਨੂੰ ਇਸ ਤਰ੍ਹਾਂ ਹੀ ਚੰਗੀ ਲੱਗਦੀ ਸੀ। ਮੇਰਾ ਪਤੀ ਵੀ ਕਹਿਣ ਲੱਗਿਆ, ਤੁਸੀਂ ਇਸ ਤਰ੍ਹਾਂ ਹੀ ਤਿਆਰ ਹੋ ਕੇ ਰਿਹਾ ਕਰੋ। ਹੁਣ ਤਾਂ ਉਹ ਰੋਜ਼ ਤਿਆਰ ਹੋਣ ਲੱਗੀ ਸੀ, ਘੰਟਿਆਂ ਤੱਕ ਮੇਰੇ ਪਤੀ ਨਾਲ ਗੱਲਾਂ ਕਰਦੀ ਰਹਿੰਦੀ। ਮੈਥੋਂ ਹੁਣ ਇਹ ਸਭ ਦੇਖਿਆ ਨਹੀਂ ਜਾ ਰਿਹਾ ਸੀ। ਉਹ ਆਏ ਦਿਨ ਬੇਹੋਸ਼ ਹੋਈ ਰਹਿੰਦੀ ਤੇ ਆਉਂਦੇ ਸਮੇਂ ਸ਼ਾਪਿੰਗ ਕਰਕੇ ਆਉਂਦੀ। ਮੇਰੇ ਪਤੀ ਕਹਿੰਦੇ ਆ ਕਿ ਭਾਬੀ ਦਾ ਦਿਲ ਬਹਿਲਾਉਣ ਲਈ ਉਹਨਾਂ ਨੂੰ ਸ਼ਾਪਿੰਗ ਕਰਵਾ ਦਿੱਤੀ। ਇੱਕ ਵਾਰ ਤਾਂ ਜੋ ਮੈਂ ਦੇਖਿਆ ਮੇਰੇ ਹੋਸ਼ ਉਡਾਉਣ ਲਈ ਕਾਫੀ ਸੀ। ਜਦੋਂ ਰਾਤ ਨੂੰ ਮੈਂ ਬੱਚੇ ਦੇ ਰੋਣ ਕਰਕੇ ਉੱਠੀ ਤਾਂ ਦੇਖਿਆ ਕਿ ਮੇਰੇ ਪਤੀ ਕਮਰੇ ਵਿੱਚ ਨਹੀਂ ਸਨ। ਮੈਂ ਕਮਰੇ ਵਿੱਚੋਂ ਬਾਹਰ ਆ ਕੇ ਦੇਖਿਆ ਤਾਂ ਜੇਠਾਣੀ ਦੇ ਕਮਰੇ ਵਿੱਚੋਂ ਹੱਸਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਮੈਂ ਹੌਲੀ-ਹੌਲੀ ਜਾ ਕੇ ਖਿੜਕੀ ਵਿੱਚ ਦੀ ਦੇਖਿਆ ਤਾਂ ਮੇਰੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ। ਮੈਂ ਵਾਪਸ ਕਮਰੇ ਵਿੱਚ ਆ ਕੇ ਰੋਣ ਲੱਗੀ। ਕੁਝ ਦੇਰ ਬਾਅਦ ਮੇਰੇ ਪਤੀ ਮੁਸਕਰਾਉਂਦੇ ਹੋਏ ਕਮਰੇ ਵਿੱਚ ਆਏ। ਮੈਨੂੰ ਦੇਖ ਕੇ ਕਹਿਣ ਲੱਗੇ, ਤੂੰ ਸੁੱਤੀ ਨਹੀਂ ਹਜੇ ਤੱਕ? ਮੈਂ ਕਿਹਾ, ਤੁਸੀਂ ਕਿੱਥੇ ਸੀ? ਤਾਂ ਉਹ ਕਹਿਣ ਲੱਗੇ ਕਿ ਮੈਂ ਪਾਣੀ ਪੀਣ ਲਈ ਗਿਆ ਸੀ। ਭਾਬੀ ਦੇ ਕਮਰੇ ਵਿੱਚੋਂ ਰੋਣ ਦੀ ਆਵਾਜ਼ ਆ ਰਹੀ ਸੀ, ਇਸ ਲਈ ਤਸੱਲੀ ਦੇਣ ਲਈ ਉਹਨਾਂ ਕੋਲ ਚਲਿਆ ਗਿਆ। ਮੈਂ ਕਿਹਾ, ਅੱਛਾ, ਇੱਥੇ ਤਸੱਲੀ ਗਲੇ ਲੱਗ ਕੇ ਦਿੱਤੀ ਜਾਂਦੀ ਹੈ। ਮੇਰੀ ਗੱਲ ਸੁਣ ਕੇ ਉਹ ਕਹਿਣ ਲੱਗੇ, ਅੱਛਾ, ਤਾਂ ਤੂੰ ਮੈਨੂੰ ਛੁਪ ਕੇ ਦੇਖਦੀ ਸੀ? ਕੀ ਸਮਝਦੀ ਹੈ ਮੈਨੂੰ? ਉਹ ਮੇਰੀ ਭਾਬੀ ਹੈ, ਮੇਰੇ ਭਰਾ ਦੀ ਪਤਨੀ। ਮੈਂ ਉਸਨੂੰ ਛੋਟੇ ਭਰਾ ਦੇ ਤੌਰ 'ਤੇ ਤਸੱਲੀ ਦੇਣ ਗਿਆ ਸੀ। ਪਰ ਜੇ ਤੂੰ ਇਸ ਤਰ੍ਹਾਂ ਮੇਰੇ 'ਤੇ ਸ਼ੱਕ ਕਰਦੀ ਰਹੀ ਤਾਂ ਮੈਂ ਜ਼ਰੂਰ ਉਹਨਾਂ ਨਾਲ ਵਿਆਹ ਕਰਵਾ ਲਵਾਂਗਾ। ਇਹ ਗੱਲ ਸੁਣ ਕੇ ਮੇਰੇ ਤਾਂ ਹੋਸ਼ ਹੀ ਉੱਡ ਗਏ, ਕਿਉਂਕਿ ਮੇਰੇ ਮਾਂ-ਪਿਓ ਤਾਂ ਪਹਿਲਾਂ ਹੀ ਗਰੀਬ ਸਨ। ਮੇਰੀਆਂ ਭੈਣਾਂ ਵੀ ਵਿਆਹੁਣ ਵਾਲੀਆਂ ਸਨ। ਅਜਿਹੇ 'ਚ ਜੇ ਮੈਂ ਵੀ ਬੱਚੇ ਲੈ ਕੇ ਪੇਕੇ ਨਹੀਂ ਜਾ ਸਕਦੀ ਸੀ, ਇਸ ਲਈ ਮੈਂ ਚੁੱਪ ਸਾਧ ਲਈ। ਮੇਰੀ ਜੇਠਾਣੀ ਤਾਂ ਹੁਣ ਮੇਰੇ ਪਤੀ ਨਾਲ ਬਾਹਰ ਖਾਣਾ ਖਾਣ ਵੀ ਚਲੀ ਜਾਂਦੀ ਸੀ। ਹੁਣ ਉਹ ਮੇਰੇ 'ਤੇ ਵੀ ਹੁਕਮ ਚਲਾਉਣ ਲੱਗੀ ਸੀ। ਪਰ ਮੈਂ ਕਦੋਂ ਤੱਕ ਚੁੱਪ ਬੈਠਦੀ? ਇੱਕ ਦਿਨ ਮੈਂ ਉਸਨੂੰ ਕਹਿ ਹੀ ਦਿੱਤਾ ਕਿ ਤੇਰੇ ਅੰਦਰ ਸ਼ਰਾਫਤ ਨਾਮ ਦੀ ਕੋਈ ਚੀਜ਼ ਹੈ ਵੀ ਕਿ ਨਹੀਂ? ਮੇਰੇ ਪਤੀ ਦੇ ਨਾਲ ਹੁੰਦੇ ਹੋਏ ਤੈਨੂੰ ਸ਼ਰਮ ਨਹੀਂ ਆਉਂਦੀ? ਰੋ ਧੋ ਕੇ ਉਸਨੂੰ ਆਪਣੇ ਕਮਰੇ ਵਿੱਚ ਬੁਲਾ ਲੈਂਦੀ ਹੈ। ਮੈਂ ਉਸ ਦਿਨ ਤੈਨੂੰ ਮੇਰੇ ਪਤੀ ਦੇ ਗਲੇ ਲੱਗ ਕੇ ਹੱਸਦੇ ਹੋਏ ਦੇਖਿਆ ਸੀ। ਮੈਂ ਇੱਕ ਪਤਨੀ ਹੋਣ ਦੇ ਨਾਤੇ ਬਰਦਾਸ਼ਤ ਨਹੀਂ ਕਰ ਸਕਦੀ। ਮੇਰੀ ਗੱਲ ਸੁਣ ਕੇ ਉਹ ਠਹਾਕੇ ਲਾ ਕੇ ਹੱਸਣ ਲੱਗੀ। ਕਹਿਣ ਲੱਗੀ ਕਿ ਪਹਿਲਾਂ ਆਪਣੀ ਸ਼ਕਲ ਜਾ ਕੇ ਸ਼ੀਸ਼ੇ ਵਿੱਚ ਦੇਖ ਤੇ ਫਿਰ ਆਪਣੇ ਪਤੀ ਨੂੰ ਦੇਖ। ਤੂੰ ਉਸਦੇ ਨਾਲ ਕਿੱਥੇ ਜੱਚਦੀ ਹੈ? ਤੂੰ ਉਸਦੀ ਪਤਨੀ ਘੱਟ ਨੌਕਰਾਨੀ ਜ਼ਿਆਦਾ ਲੱਗਦੀ ਹੈ। ਮੈਨੂੰ ਜੇਠਾਣੀ ਦੀ ਗੱਲ ਸੁਣ ਕੇ ਅਫਸੋਸ ਹੋਇਆ। ਮੈਂ ਕਿਹਾ, ਤੂੰ ਹੀ ਮੈਨੂੰ ਉਹਨਾਂ ਲਈ ਪਸੰਦ ਕੀਤਾ ਸੀ? ਤਾਂ ਉਹ ਕਹਿਣ ਲੱਗੀ, ਜਾਣ ਬੁੱਝ ਕੇ, ਤਾਂ ਕਿ ਉਹ ਤੈਨੂੰ ਦੇਖਣ ਦੀ ਬਜਾਏ ਹਮੇਸ਼ਾ ਮੈਨੂੰ ਹੀ ਦੇਖੇ, ਮੇਰੀ ਤਾਰੀਫ ਕਰੇ, ਕਿਉਂਕਿ ਮੇਰੇ ਨਾਲ ਵੀ ਅਜਿਹਾ ਹੀ ਹੋਇਆ ਸੀ। ਮੇਰੇ ਪਿਤਾ ਨੇ ਵੀ ਮੇਰੇ ਪਤੀ ਦੀ ਸ਼ਰਾਫਤ ਹੀ ਦੇਖੀ ਸੀ, ਨਾ ਕਿ ਸ਼ਕਲ ਸੂਰਤ। ਜਦੋਂ ਕਿ ਮੈਂ ਤਾਂ ਇੰਨੀ ਸੋਹਣੀ ਸੀ। ਵਿਆਹ ਤੋਂ ਬਾਅਦ ਜਦੋਂ ਮੈਂ ਪਹਿਲੀ ਵਾਰ ਆਪਣੇ ਦਿਓਰ ਨੂੰ ਦੇਖਿਆ ਤਾਂ ਉਹ ਬਿਲਕੁਲ ਆਪਣੇ ਭਰਾ ਤੋਂ ਅਲੱਗ ਦਿਸਦਾ। ਉਹ ਮੈਨੂੰ ਪਹਿਲੀ ਨਜ਼ਰ ਵਿੱਚ ਹੀ ਪਸੰਦ ਆ ਗਿਆ ਸੀ। ਮੈਂ ਹਰ ਰੋਜ਼ ਆਪਣੇ ਦਿਓਰ ਮਤਲਬ ਕਿ ਤੇਰੇ ਪਤੀ ਪ੍ਰਦੀਪ ਲਈ ਹੀ ਸਜਦੀ ਸਵਰਦੀ, ਨਾ ਕਿ ਆਪਣੇ ਪਤੀ ਲਈ। ਮੈਂ ਹਮੇਸ਼ਾ ਪ੍ਰਦੀਪ ਬਾਰੇ ਹੀ ਸੋਚਦੀ ਰਹਿੰਦੀ, ਪਰ ਉਹ ਤਾਂ ਮੈਨੂੰ ਆਪਣੀ ਭਾਬੀ ਸਮਝਦਾ ਤੇ ਮੇਰੀ ਇੱਜ਼ਤ ਕਰਦਾ। ਮੈਨੂੰ ਇੱਕ ਹੀ ਤਕਲੀਫ ਸੀ, ਪ੍ਰਦੀਪ ਤਾਂ ਮੈਥੋਂ ਦੂਰ ਦੂਰ ਰਹਿੰਦਾ, ਮੈਨੂੰ ਦੇਖਦਾ ਹੀ ਨਹੀਂ ਸੀ। ਮੈਨੂੰ ਤਾਂ ਨਾ ਆਪਣੇ ਪਤੀ ਦੀ ਪਰਵਾਹ ਸੀ ਤੇ ਨਾ ਹੀ ਬਿਮਾਰ ਸੱਸ ਦੀ। ਮੇਰੇ ਪਤੀ ਨੂੰ ਬੱਚੇ ਚਾਹੀਦੇ ਸਨ, ਪਰ ਮੈਂ ਆਪਣਾ ਸਰੀਰ ਖਰਾਬ ਨਹੀਂ ਕਰਨਾ ਚਾਹੁੰਦੀ ਸੀ, ਇਸ ਲਈ ਮੈਂ ਬੱਚਾ ਨਹੀਂ ਲਿਆ। ਮੈਂ ਹਮੇਸ਼ਾ ਪ੍ਰਦੀਪ ਦੇ ਨੇੜੇ ਆਉਣ ਦੇ ਬਹਾਨੇ ਲੱਭਦੀ। ਜਦੋਂ ਪ੍ਰਦੀਪ ਮੇਰੀ ਤਾਰੀਫ ਕਰਦਾ ਤਾਂ ਮੈਂ ਬਹੁਤ ਖੁਸ਼ ਹੁੰਦੀ, ਪਰ ਮੇਰੇ ਪਤੀ ਨੂੰ ਮੇਰੇ 'ਤੇ ਸ਼ੱਕ ਹੋ ਗਿਆ। ਉਸਨੇ ਇਹ ਗਮ ਦਿਲ 'ਤੇ ਲਾ ਲਿਆ ਤੇ ਮੇਰੀ ਉਸ ਤੋਂ ਜਾਨ ਛੁੱਟੀ। ਹੁਣ ਪ੍ਰਦੀਪ ਦੀ ਹਮਦਰਦੀ ਮੇਰੇ ਨਾਲ ਹੈ। ਹੁਣ ਜਲਦੀ ਹੀ ਪ੍ਰਦੀਪ ਮੇਰੇ ਨਾਲ ਵਿਆਹ ਕਰਵਾ ਲਵੇਗਾ ਤੇ ਤੈਨੂੰ ਇਸ ਘਰ ਤੋਂ ਬਾਹਰ ਕੱਢ ਦੇਵੇਗਾ। ਪ੍ਰਦੀਪ ਨੇ ਜੇਠਾਣੀ ਦੀਆਂ ਗੱਲਾਂ ਸੁਣ ਲਈਆਂ ਸਨ। ਉਹਨਾਂ ਨੇ ਜ਼ੋਰ ਨਾਲ ਉਸਦੀ ਗੱਲ 'ਤੇ ਥੱਪੜ ਮਾਰਦੇ ਹੋਏ ਕਿਹਾ, ਮੈਂ ਤਾਂ ਤੈਨੂੰ ਆਪਣੀ ਵੱਡੀ ਭੈਣ ਸਮਝਿਆ ਸੀ। ਤੇਰੀ ਸੋਚ ਇੰਨੀ ਘਟੀਆ। ਤੂੰ ਮੇਰੇ ਪਿਓ ਵਰਗੇ ਭਰਾ ਦੀ ਜਾਨ ਲੈ ਲਈ। ਦਫਾ ਹੋ ਜਾ ਇਸ ਘਰ ਤੋਂ। ਮੇਰੇ ਜੇਠਾਣੀ ਦਾ ਸੱਚ ਸਾਹਮਣੇ ਆ ਗਿਆ ਸੀ ਤੇ ਹੁਣ ਸਾਡੀ ਜ਼ਿੰਦਗੀ ਵਿੱਚੋਂ ਜਾ ਚੁੱਕੀ ਸੀ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ। ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ।